संगत करिए एक की आन दुबदा जाए। ਇਹ ਗੁਰਮੁਖ ਪਿਆਰੇ ਨੇ ਬਿਲਕੁਲ ਠੀਕ ਸਮਝਿਆ ਹੈ ਜਿਨੇ ਇਹ ਪੰਕਤੀ ਲਿਖੀ ਹੈ। ਸੰਗਤ ਕਰੀਏ ਏਕ ਕੀ। ਇਹ ਕਿਉਂ ਕਹਿੰਦੇ ਹਨ? ਪਰਮ ਪੁਰਖ ਪ੍ਰਭੂ ਦੇ ਪਿਆਰੇ ਭਗਤ ਕਬੀਰ ਜੀ ਦਾ ਇਹ ਬਚਨ ਹੈ। ਐਸਾ ਹਰ ਇੱਕ ਜਾਗਰਤ ਪੁਰਸ਼ ਨੂੰ ਕਹਿਣਾ ਪੈਂਦਾ ਹੈ ਤੇ ਵਾਰ-ਵਾਰ ਕਹਿਣਾ ਪੈਂਦਾ ਹੈ, ਤਾਂ ਵੀ ਨਹੀਂ ਲੋਕ ਸਮਝਦੇ ਹਨ। ਲੋਕ ਸਮਝਦੇ ਹਨ ਵੀ ਜ਼ਿਆਦਿਆਂ ਦੀ ਸੰਗਤ ਕਰਾਂਗੇ ਤੇ ਜ਼ਿਆਦਾ ਗਿਆਨ ਹੋਵੇਗਾ। ਇਉਂ ਹੀ ਸਮਝਦੇ ਹਨ, ਜ਼ਿਆਦਾ ਨੌਲੇਜ ਵਧੇਗੀ। ਪਰ ਜਿਹੜੇ ਜਾਣਦੇ ਹਨ ਨਾ, ਉਹਨਾਂ ਨੇ ਕਰੁਣਾ ਵਸ ਕਿਹਾ ਹੈ, ਦਇਆ ਵਸ ਕਿਹਾ ਹੈ। ਤੁਹਾਡਾ ਭਲਾ ਕਰਨ ਵਾਸਤੇ ਕਿਹਾ ਹੈ ਵੀ ਸੰਗਤ ਕਰੀਏ ਏਕ ਕੀ ਆਨ ਦੁਬਦਾ ਜਾਏ। ਵੀ ਇੱਕ ਦੀ ਸੰਗਤ ਕਰੋਗੇ ਤੁਹਾਡੀ ਦੁਬਦਾ ਜਾਏਗੀ, ਅਨੇਕ ਦੀ ਸੰਗਤ ਕਰੋਗੇ ਤੇ ਦੁਬਦਾ ਵਧੇਗੀ, ਕਿਉਂਕਿ ਵਿਚਾਰ ਵਧੇਗਾ। ਦੋ ਦੀ ਸੰਗਤ ਕਰੋਗੇ ਤਾਂ ਵੀ ਵਿਚਾਰ ਵਧੇਗਾ ਵੀ ਕਿੰਨੇ ਠੀਕ ਕਿਹਾ, ਕਿੰਨੇ ਗਲਤ ਕਿਹਾ। ਤੇ ਤੁਸੀਂ ਵਿਚਾਰਧਾਰਾ ਵਿੱਚ ਪੈ ਜਾਓਗੇ। ਤੇ ਅਧਿਆਤਮ ਦਾ ਮਾਰਗ ਹੈ ਵਿਚਾਰਧਾਰਾ ਤੋਂ ਮੁਕਤ ਹੋਣਾ। ਇਹ ਗੱਲ ਥੋੜ੍ਹੀ ਜਿਹੀ ਖਿਆਲ ਵਿੱਚ ਰੱਖੋ ਵੀ ਜਿਹੜਾ ਵੀ ਜਾਗਿਆ ਹੈ, ਜਿੰਨੇ ਵੀ ਜਾਣਿਆ ਹੈ, ਉਹਨੇ ਜਾਣਿਆ ਹੈ ਵਿਚਾਰਧਾਰਾ ਤੋਂ ਮੁਕਤ ਹੋ ਕੇ। ਉਹ ਵੀ ਕਿਸੇ ਵੀ ਵਿਚਾਰਧਾਰਾ ਦੇ ਵਿੱਚ ਨਹੀਂ ਸੀ ਜਦੋਂ ਉਹ ਜਾਗਿਆ, ਨਹੀਂ ਜਾਣਿਆ। ਤੇ ਉਹ ਦੂਸਰਿਆਂ ਨੂੰ ਵੀ ਵਿਚਾਰਧਾਰਾ ਤੋਂ ਮੁਕਤ ਕਰਨ ਵਾਸਤੇ ਕਹਿੰਦਾ ਹੈ, ਮੁਕਤ ਕਰਦਾ ਹੈ। ਇਸੇ ਕਾਰਨ ਹੀ ਧਾਰਮਿਕ ਲੋਕ ਨਾਰਾਜ਼ ਹੋ ਜਾਂਦੇ ਹਨ। ਤੇ ਜਿਹੜਾ ਵੀ ਵਿਚਾਰਧਾਰਾ ਤੋਂ ਮੁਕਤ ਹੋਇਆ ਹੈ, ਕਿਸੇ ਵੀ ਵਿਚਾਰਧਾਰਾ ਦੇ ਵਿੱਚ ਨਹੀਂ ਹੈ। ਹੁਣ ਜਿਵੇਂ ਗੁਰੂ ਨਾਨਕ ਦੇਵ ਜੀ ਸਨ, ਤਾਂ ਉਹਨਾਂ ਦੀ ਕਿਹੜੀ ਵਿਚਾਰਧਾਰਾ ਸੀ? ਉਦੋਂ ਹਿੰਦੂਆਂ ਨੇ ਵੀ ਬਾਹਰ ਕਰ ਦਿੱਤਾ ਸੀ, ਮੁਸਲਮਾਨਾਂ ਨੇ ਵੀ ਬਾਹਰ ਕਰ ਦਿੱਤਾ ਸੀ। ਇੱਦਾਂ ਹੀ ਕਬੀਰ ਜੀ ਸਨ, ਕਿਉਂਕਿ ਵਿਚਾਰਧਾਰਾ ਕੋਈ ਨਹੀਂ ਸੀ ਨਾ, ਕਿਸੇ ਵਿਚਾਰਧਾਰਾ ਨੂੰ ਲੈ ਕੇ ਨਹੀਂ ਚੱਲ ਰਹੇ ਸਨ, ਨਾ ਮੰਨ ਕੇ ਚੱਲ ਰਹੇ ਸਨ, ਕਿਉਂਕਿ ਉਹ ਜਾਗ ਗਏ ਸਨ। ਤੇ ਜਾਗੇ ਹੋਏ ਪੁਰਸ਼ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ। ਵਿਚਾਰਧਾਰਾ ਬਾਅਦ 'ਚ ਬਣਦੀ ਹੈ। ਵਿਚਾਰਧਾਰਾ ਉਦੋਂ ਬਣਦੀ ਹੈ ਜਦੋਂ ਕੋਈ ਜਾਗਿਆ ਹੋਇਆ ਨਹੀਂ ਰਹਿ ਜਾਂਦਾ ਹੈ। ਸਿਰਫ ਉਹਨਾਂ ਨੂੰ ਬਾਹਰੋਂ ਦੇਖਣ ਵਾਲੇ ਰਹਿ ਜਾਂਦੇ ਹਨ, ਜਿਨ੍ਹਾਂ ਨੇ ਦੇਖਿਆ ਹੈ ਬਾਹਰੋਂ। ਅਤੇ ਜਿਨ੍ਹਾਂ ਨੇ ਬਾਹਰੋਂ ਦੇਖਿਆ ਹੈ ਉਹ ਬਾਹਰ ਦੀ ਵਿਚਾਰਧਾਰਾ ਬਣਾ ਦਿੰਦੇ ਹਨ। ਤਾਂ ਉਸ ਵਿਚਾਰਧਾਰਾ ਤੋਂ ਬਣਦਾ ਹੈ ਧਰਮ। ਜਿਵੇਂ ਸਿੱਖ ਧਰਮ ਹੈ, ਸਿੱਖ ਵਿਚਾਰਧਾਰਾ ਹੈ। ਅਤੇ ਵਿਚਾਰਧਾਰਾ ਗੁਰੂਆਂ ਨੇ ਪੈਦਾ ਨਹੀਂ ਕੀਤੀ ਜੋ ਇਹ ਸਿੱਖਾਂ ਦੀ ਹੈ, ਇਹ ਗੁਰੂਆਂ ਤੋਂ ਬਾਅਦ ਪੈਦਾ ਹੋਈ ਹੈ ਨਾ, ਸਿੱਖਾਂ ਨੇ ਕੀਤੀ। ਅਤੇ ਬਾਹਰੋਂ
ਉਹਨਾਂ ਦੀਆਂ ਸਿੱਖਿਆਵਾਂ ਲੈ ਕੇ ਬਾਹਰੋਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਬਾਹਰੋਂ ਉਹਨਾਂ ਨੂੰ ਜਾਣ ਕੇ ਸਰੀਰ ਕਰਕੇ ਤੇ ਵਿਚਾਰਧਾਰਾ ਪੈਦਾ ਹੋਈ। ਤੇ ਵਿਚਾਰਧਾਰਾ ਵੀ ਬਾਹਰ ਦੀ ਹੈ। ਤੇ ਸਿੱਖਾਂ ਦੀ ਵਿਚਾਰਧਾਰਾ, ਮੁਸਲਮਾਨਾਂ ਦੀ ਵਿਚਾਰਧਾਰਾ ਅਲੱਗਾ ਹੈ, ਹਿੰਦੂਆਂ ਦੀ ਵਿਚਾਰਧਾਰਾ ਅਲੱਗਾ ਹੈ। ਬਹੁਤ ਵਿਚਾਰਧਾਰਾਵਾਂ ਹਨ। ਫਿਰ ਸਮੱਸਿਆ ਇੱਥੇ ਹੀ ਖੜੀ ਹੁੰਦੀ ਹੈ ਵੀ ਜਿਹੜਾ ਸਾਰੀਆਂ ਵਿਚਾਰਧਾਰਾ ਤੋਂ ਮੁਕਤ ਹੈ, ਤੋ ਵਿਚਾਰਧਾਰਾ ਤੋਂ ਮੁਕਤ ਕਰਦਾ ਹੈ। ਉਹ ਕਹਿੰਦਾ ਵੀ ਤੁਸੀਂ ਵੀ ਮੁਕਤ ਹੋ ਜਾਓ, ਵਿਚਾਰਧਾਰਾ ਤੋਂ ਮੁਕਤ ਹੋ ਜਾਓ, ਸਾਗਰ 'ਚ ਮਿਲ ਜਾਓਗੇ। ਪਰ ਜਿਹੜੇ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹਨ, ਬਹੁਤ ਸਮੇਂ ਤੋਂ ਪੁਰਖੇ ਵੀ ਉਹਨਾਂ ਦੇ ਜੁੜੇ ਸਨ, ਤੋ ਉਸ ਵਿਚਾਰਧਾਰਾ ਦਾ ਬਹੁਤ ਗਹਿਰਾ ਅਸਰ ਹੋ ਜਾਂਦਾ ਹੈ। ਉਹ ਫਿਰ ਜਿਹੜਾ ਹੈ ਨਾ, ਛੇਤੀ ਛੁੱਟਦਾ ਨਹੀਂ ਹੈ, ਇੰਨਾ ਜ਼ਿਆਦਾ ਗਹਿਰਾ ਬੈਠ ਜਾਂਦਾ ਹੈ ਕਈਆਂ ਦੇ ਅੰਦਰ ਉਹ ਵਿਚਾਰਧਾਰਾ ਦਾ ਅਸਰ। ਜਿਵੇਂ ਸਿੱਖ ਦੀ ਵਿਚਾਰਧਾਰਾ ਹੈ ਵੀ ਪਾਠ ਕਰਨਾ ਜਾਂ ਗੁਰਬਾਣੀ ਦੀ ਵਿਚਾਰ ਕਰਨੀ, ਵਿਚਾਰ ਗੁਰਬਾਣੀ ਦੀ ਕਰਨੀ, ਇਹ ਸਿੱਖ ਦੀ ਵਿਚਾਰਧਾਰਾ ਹੈ। ਤੇ ਐਸੀ ਵਿਚਾਰਧਾਰਾ ਦੇ ਨਾਲ ਇਹ ਸ਼ਾਇਦ ਜੁੜੇ ਹੋਏ ਹਨ ਜਿਨ੍ਹਾਂ ਨੇ ਇਹ ਗੁਰਬਾਣੀ ਵਿਚਾਰ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ। ਤੇ ਇੱਕ ਹੋਰ ਵੀ ਥੱਲੇ ਦੂਸਰੇ ਨੇ ਲਿਖਿਆ ਹੈ ਕਿ ਇਹ ਗਰੁੱਪ ਜੁਆਇਨ ਕਰਨਾ ਜ਼ਰੂਰੀ ਹੈ ਜੀ। ਭਾਵ ਕਿ ਇਹ ਜਿਹੜਾ ਗਰੁੱਪ ਹੈ ਨਾ ਗੁਰਬਾਣੀ ਵਿਚਾਰ, ਇਹ ਜੁਆਇਨ ਕਰਨਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਕਿਉਂਕਿ ਇਹਦੇ ਵਿੱਚ ਗੁਰਬਾਣੀ ਦੀ ਵਿਚਾਰ ਹੁੰਦੀ ਹੈ। ਹੁਣ ਇਹ ਵਿਚਾਰਧਾਰਾ ਦੇ ਵਿੱਚ ਪਏ ਹੋਏ ਹਨ। ਇਹ ਗੁਰਬਾਣੀ ਦੀ ਵਿਚਾਰ ਕਰ ਰਹੇ ਹਨ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਹੱਥ ਜੋੜ ਕੇ, ਜਿਹੜੇ ਵੀ ਐਸੇ ਪ੍ਰੇਮੀ ਹਨ ਸੁਣਨ ਵਾਲੇ, ਉਹ ਖਿਆਲ ਰੱਖਿਓ, ਅਗਰ ਤੁਸੀਂ ਇੱਧਰ ਵੀ ਸੁਣੀ ਗਏ ਤੇ ਦੂਸਰੀ ਕਿਸੇ ਵਿਚਾਰਧਾਰਾ ਦੇ ਵਿੱਚ ਵੀ ਪੈ ਰਹੇ ਤੇ ਤੁਸੀਂ ਵਿਚਾਰਾਂ ਦੇ ਤਲ 'ਤੇ ਜ਼ਿਆਦਾ ਉਲਝ ਜਾਓਗੇ। ਅਗਰ ਕੋਈ ਜ਼ਿਆਦਾ ਹੀ ਵਿਚਾਰ ਕਰਨ ਲੱਗ ਜਾਵੇ ਤੇ ਵਿਸ਼ਿਪਤ ਵੀ ਹੋ ਸਕਦਾ ਹੈ। ਖਿਆਲ ਵਿੱਚ ਰੱਖਣ ਯੋਗ ਹੈ ਇਹ ਗੱਲ, ਕਿਉਂਕਿ ਜੋ ਇੱਧਰ ਕਿਹਾ ਜਾ ਰਿਹਾ ਹੈ ਨਾ, ਇਹ ਬਹੁਤ ਸਾਰਾ ਐਸਾ ਵੀ ਹੈ ਜਿਹਦਾ ਤਾਲਮੇਲ ਤੁਸੀਂ ਬਿਠਾ ਨਹੀਂ ਸਕਦੇ ਹੋ ਕਿਸੇ ਵੀ ਗ੍ਰੰਥ ਨਾਲ।
ਅਗਰ ਤੁਸੀਂ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਜਿਵੇਂ ਅਕਸਰ ਸਿੱਖ ਕਰਦੇ ਹਨ, ਆਹ ਉੱਪਰ ਜਿਵੇਂ ਇੱਕ ਮਿੱਤਰ ਪਿਆਰੇ ਨੇ ਲਿਖਿਆ ਹੈ ਨਾ ਵੀ ਜਾਪ ਮਰੇ ਅਜੱਪਾ ਮਰੇ ਅਨਹਦ ਹੂ ਮਰ ਜਾਏ, ਵੀ ਇਹ ਰਿਕਾਰਡਿੰਗ ਮੈਂ ਸੁਣ ਰਿਹਾ ਸੀ ਜਿਹਦੇ ਵਿੱਚ ਇਹ ਪੰਕਤੀਆਂ ਬੋਲੀਆਂ ਗਈਆਂ ਹਨ। ਫਿਰ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਹਨ, ਵੀ ਇਹ ਕਿੱਥੇ ਲਿਖੀਆਂ ਹੋਈਆਂ। ਵੀ ਪ੍ਰਮਾਣ ਮਿਲ ਜਾਵੇ ਵੀ ਕਿਤੇ ਲਿਖੀਆਂ ਹੋਈਆਂ ਹਨ। ਅਗਰ ਲਿਖੀਆਂ ਹੋਈਆਂ ਹਨ ਤੇ ਫਿਰ ਠੀਕ ਹੈ। ਅਗਰ ਗੁਰਬਾਣੀ 'ਚ ਲਿਖੀਆਂ ਹੋਈਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਤੇ ਬਿਲਕੁਲ ਠੀਕ ਹਨ। ਜੇ ਬਾਹਰ ਕਿਤੇ ਲਿਖੀਆਂ ਹੋਈਆਂ ਹਨ ਤੇ ਫਿਰ ਹੋ ਸਕਦਾ ਠੀਕ ਹੋਣ, ਜਿਵੇਂ ਕਬੀਰ ਜੀ ਦਾ ਨਾਂ ਲੈ ਦਿੱਤਾ ਕਿਸੇ ਮਿੱਤਰ ਪਿਆਰੇ ਨੇ ਵੀ ਉਹਦੀਆਂ। ਤੇ ਖਿਆਲ ਵਿੱਚ ਰੱਖਣ ਯੋਗ ਹੈ ਵੀ ਮੈਂ ਬਹੁਤ ਸਾਰੀਆਂ ਪੰਕਤੀਆਂ ਐਸੀਆਂ ਬੋਲੀਆਂ ਹਨ ਵੀ ਮੈਨੂੰ ਅਗਰ ਪੁੱਛੋਗੇ ਨਾ ਵੀ ਕਿਹੜੇ ਗ੍ਰੰਥ 'ਚ ਹੈ, ਮੈਨੂੰ ਵੀ ਨਹੀਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਇਹ ਪੰਕਤੀਆਂ। ਮੈਂ ਤਾਂ ਪੜ੍ਹਦਾ ਨਹੀਂ ਹਾਂ, ਨਾ ਲਿਖਦਾ ਕੁਛ ਵੀ। ਪਰ ਅਗਰ ਤੁਸੀਂ ਮੈਨੂੰ ਪੁੱਛੋਗੇ ਨਾ ਵੀ ਇਹ ਤੁਸੀਂ ਪੰਕਤੀ ਬੋਲੀ ਕਿੱਥੋਂ ਹੈ, ਤੇ ਮੈਨੂੰ ਨਹੀਂ ਪਤਾ ਹੈ ਵੀ ਕਿੱਥੋਂ ਹੈ, ਪਰ ਆਈ ਹੈ ਕਿਤੋਂ। ਫਿਰ ਦੂਸਰੀ ਗੱਲ ਹੈ ਵੀ ਜਾਗਰਤ ਪੁਰਸ਼ ਇਹ ਨਹੀਂ ਦੇਖਦਾ ਹੈ ਵੀ ਪੰਕਤੀ ਕਿੱਥੇ ਲਿਖੀ ਸੀ, ਕਿੰਨੇ ਲਿਖੀ ਸੀ। ਉਹ ਸਿੱਧਾ ਸਿੱਧਾ ਉਪਦੇਸ਼ ਨੂੰ ਦੇਖਦਾ ਹੈ, ਉਹਦੇ ਭਾਵ ਨੂੰ ਦੇਖਦਾ ਹੈ। ਇਸ ਕਾਰਨ ਮੈਂ ਬਹੁਤ ਸਾਰੇ ਸ਼ਬਦ ਵਰਤਦਾ ਹਾਂ, ਬਹੁਤ ਸਾਰੇ ਪ੍ਰਮਾਣ ਦਿੰਦਾ ਹਾਂ ਐਸੇ। ਜਿਹੜੇ ਕਿਸੇ ਨਾਲ ਵੀ ਤਾਲਮੇਲ ਨਹੀਂ ਖਾਣਗੇ। ਤੇ ਸਿੱਖ ਜ਼ਿਆਦਾਤਰ ਤਾਲਮੇਲ ਬਿਠਾਉਣਗੇ, ਜਿਹੜਾ ਕੋਈ ਉਪਦੇਸ਼ ਦਿੰਦਾ ਹੈ ਨਾ ਵੀ ਗੁਰਬਾਣੀ ਨਾਲ ਬੈਠਦਾ ਹੈ ਕਿ ਨਹੀਂ ਬੈਠਦਾ। ਤੇ ਮੈਂ ਇਹ ਗੱਲ ਕਹਿ ਦਿੰਦਾ ਹਾਂ ਵੀ ਬਹੁਤ ਸਾਰਾ ਐਸਾ ਬੋਲਿਆ ਜਾ ਰਿਹਾ ਹੈ ਇੱਧਰ ਜਿਹੜਾ ਮੇਲ ਨਹੀਂ ਖਾਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ, ਕਿਉਂਕਿ ਉਹ 550 ਸਾਲ ਪਹਿਲਾਂ ਬੋਲਿਆ ਗਿਆ ਸੀ। ਇਹ ਅੱਜ ਬੋਲਿਆ ਜਾ ਰਿਹਾ ਹੈ ਤੇ ਫਰਕ ਹੋਵੇਗਾ। ਬਹੁਤ ਕੁਛ ਐਸਾ ਹੋਵੇਗਾ ਜਿਹਦਾ ਤਾਲਮੇਲ ਨਹੀਂ ਬੈਠੇਗਾ। ਹੋ ਸਕਦਾ ਕਿਸੇ ਵੀ ਗ੍ਰੰਥ ਨਾਲ ਨਾ ਬੈਠੇ, ਤੇ ਫਿਰ ਕੀ ਕਰੋਗੇ? ਅਗਰ ਖਿਆਲ ਕਰੋ ਉਪਦੇਸ਼ ਠੀਕ ਹੈ, ਪਿਆਰਾ ਹੈ, ਤੇ ਉਹ ਕਿਸੇ ਵੀ ਗ੍ਰੰਥ 'ਚ ਹੋਵੇ, ਨਾਮ ਹੀ ਕਿਸੇ ਗ੍ਰੰਥ 'ਚ ਹੋਵੇ, ਤੇ ਸਿੱਧਾ ਸਿੱਧਾ ਕਿਉਂ ਨਹੀਂ ਸਮਝ ਲੈਂਦੇ? ਅਗਰ ਗੱਲ ਠੀਕ ਹੈ ਤੇ ਸਿੱਧੀ ਹੀ ਸਮਝੀ ਜਾ ਸਕਦੀ ਹੈ ਨਾ। ਅਗਰ ਗਲਤ ਹੈ ਤੇ 100 ਗ੍ਰੰਥ ਦੇ ਵਿੱਚ ਲਿਖੀ ਹੋਵੇ। ਪਰ ਤੁਸੀਂ ਸਿੱਧਾ ਸਿੱਧਾ ਨਹੀਂ ਸਮਝ ਸਕਦੇ ਨਾ, ਕਿਉਂਕਿ ਤੁਸੀਂ ਜਾਗੇ ਹੋਏ ਨਹੀਂ ਹੋ, ਸੁੱਤੇ ਹੋ। ਤੁਸੀਂ ਪ੍ਰਮਾਣ ਬਾਹਰੋਂ ਲੱਭਦੇ ਰਹਿੰਦੇ ਹੋ ਵੀ ਇਹ ਠੀਕ ਹੈ ਕਿ ਨਹੀਂ। ਤੇ ਬਾਹਰੋਂ ਅਗਰ ਤੁਸੀਂ ਪ੍ਰਮਾਣ ਲੱਭਦੇ ਰਹੋਗੇ ਤੇ ਵਿਚਾਰ ਦੇ ਤਲ 'ਤੇ ਉਹਨੂੰ ਸਮਝਦੇ ਰਹੋਗੇ, ਸਿੱਧ ਕਰਦੇ ਰਹੋਗੇ ਵੀ ਇਹ ਠੀਕ ਹੈ, ਇਹ ਗਲਤ ਹੈ, ਤੇ ਤੁਸੀਂ ਵਿਚਾਰ ਦੇ ਤਲ 'ਤੇ ਉਲਝ ਜਾਓਗੇ। ਖਿਆਲ ਵਿੱਚ ਰੱਖੋ, ਤੁਸੀਂ ਵਿਚਾਰ ਦੇ ਤਲ 'ਤੇ ਅਗਰ ਸੁਣ ਰਹੇ ਹੋ ਤਾਂ ਜ਼ਿਆਦਾ ਉਲਝ ਜਾਓਗੇ। ਮੈਂ ਵਿਚਾਰ ਦੇ ਤਲ 'ਤੇ ਸੁਣਨ ਵਾਸਤੇ ਨਹੀਂ ਕਹਿ ਰਿਹਾ, ਸਮਝਣ ਵਾਸਤੇ ਨਹੀਂ ਕਹਿ ਰਿਹਾ। ਇਸ ਕਰਕੇ ਵਾਰ-ਵਾਰ ਤੁਹਾਨੂੰ ਕਹਿਣਾ ਹਾਂ, ਸੁਚੇਤ ਵੀ ਕਰਦਾ ਹਾਂ
ਵੀ ਵਿਚਾਰ ਤੂੰ ਅੱਗੇ ਜਾਣਾ ਹੈ, ਵਿਚਾਰਧਾਰਾ ਨੂੰ ਛੱਡਣਾ ਹੈ, ਵਿਚਾਰਧਾਰਾ ਤੋਂ ਮੁਕਤ ਹੋਣਾ ਹੈ। ਵਿਚਾਰਧਾਰਾ ਦੇ ਵਿੱਚ ਪੈਣਾ ਨਹੀਂ ਹੈ। ਅਜੋਕੇ ਸਮੇਂ 'ਚ ਸਾਰਿਆਂ ਨੂੰ ਵੱਡਾ ਖਤਰਾ ਹੈ ਕਿ ਲੋਕ ਜ਼ਿਆਦਾਤਰ ਵਿਚਾਰਧਾਰਾ ਦੇ ਵਿੱਚ ਪੈ ਜਾਂਦੇ ਹਨ, ਕਿਉਂਕਿ ਵਿਚਾਰਕ ਜ਼ਿਆਦਾ ਹਨ, ਪੜ੍ਹੇ ਲਿਖੇ ਜ਼ਿਆਦਾ ਹਨ, ਮਨ ਦੇ ਤਲ 'ਤੇ, ਸਮਝ ਦੇ ਤਲ 'ਤੇ, ਵਿਚਾਰ ਦੇ ਤਲ 'ਤੇ ਜ਼ਿਆਦਾ ਜੀ ਰਹੇ ਹਨ। ਪੁਰਾਣੇ ਸਮੇਂ 'ਚ ਐਸਾ ਨਹੀਂ ਸੀ। ਲੋਕ ਘੱਟ ਪੜ੍ਹੇ ਲਿਖੇ ਸਨ, ਘੱਟ ਸ਼ਬਦ ਜਾਣਦੇ ਸਨ ਅਤੇ ਵਿਚਾਰਾਂ 'ਚ ਘੱਟ ਉਲਝਦੇ ਸਨ। ਇਸ ਕਰਕੇ ਉਹ ਸਮੇਂ ਐਸਾ ਨਹੀਂ ਸੀ ਕਿਹਾ ਜਾਂਦਾ। ਹੁਣ ਐਸਾ ਕਿਹਾ ਜਾਵੇਗਾ, ਕਿਉਂਕਿ ਵਿਚਾਰ ਦੇ ਤਲ 'ਤੇ ਜ਼ਿਆਦਾ ਉਲਝ ਰਹੇ ਹਨ ਲੋਕ, ਅਤੇ ਵਿਚਾਰਾਂ ਤੋਂ ਮੁਕਤ ਹੋਣਾ ਹੈ।